साध कै संग नहीं कछ काल, दर्शन भेटत होत निहाल। साध कै संग कलूखत हरै, साध कै संग नरक पर हरै। साध कै संग ईहां ऊहां सुहेला, साध संग बिशरत हर मेला। जो इच्छै सोई फल पावै, साध कै संग ना बिरथा जावै। पार ब्रह्म साध रिद बसै, नानक उदरै साध सुन रसै। पार ब्रह्म साध रिद बसै, नानक उदरै साध सुन रसै। जुगो जुग अटल धन धन श्री गुरु ग्रंथ ਸਾਹਿਬ जी ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਦਸ਼ਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਅਸੀਸਾਂ ਦੇ ਨਾਲ ਭਰੀ ਹੋਈ ਪਾਵਨ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਆਓ ਪਿਆਰ ਸਤਿਕਾਰ ਨਾਲ ਸਾਰੇ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਦੀ ਪਾਵਨ ਬਾਣੀ, ਪਾਵਨ ਰਚਨਾ, ਜਿਹਨੂੰ ਸਿੱਖ ਧਰਮ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਵੇਖਿਆ ਜਾਂਦਾ ਹੈ ਤੇ ਤਕਰੀਬਨ ਗੁਰੂ ਦਾ ਹਰ ਪਿਆਰਾ ਸਿੱਖ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਨੂੰ, ਪਾਵਨ ਰਚਨਾ ਨੂੰ ਬਹੁਤ ਹੀ ਅਦਬ ਨਾਲ, ਬਹੁਤ ਹੀ ਸਤਿਕਾਰ ਨਾਲ, ਬਹੁਤ ਹੀ ਸ਼ਰਧਾ ਦੇ ਨਾਲ ਪੜ੍ਹਦਾ ਹੈ। ਲੇਕਿਨ ਇੱਕ ਚੀਜ਼ ਦੀ ਕਮੀ ਉਹ ਇਹ ਹੈ ਕਿ ਅਸੀਂ ਤਕਰੀਬਨ ਜ਼ਿਆਦਾਤਰ ਪੜ੍ਹਨ ਦੇ ਵਿੱਚ ਮਸ਼ਰੂਫ ਹਾਂ, ਲੇਕਿਨ ਸਤਿਗੁਰੂ ਜੀ ਕਹਿੰਦੇ ਕੀ ਨੇ ਉਸ ਚੀਜ਼ ਦੀ ਨੌਲੇਜ ਸਾਨੂੰ ਬਹੁਤ ਘੱਟ ਹੈ। ਇਹਦਾ ਮੀਨਿੰਗ ਇਹ ਨਹੀਂ ਵੀ ਸਾਨੂੰ ਪੜ੍ਹਨਾ ਨਹੀਂ ਚਾਹੀਦਾ, ਬਾਣੀ ਵੱਧ ਤੋਂ ਵੱਧ ਪੜ੍ਹੋ ਜਿੰਨੀ ਪੜ੍ਹ ਸਕਦੇ ਹੋ, ਪਰ ਇਕੱਲੀ ਪੜ੍ਹਨ ਤੱਕ ਸੀਮਤ ਨਹੀਂ, ਅਸੀਂ ਉਹਦੀ ਵਿਚਾਰ ਵੀ ਕਰਨੀ ਹੈ। ਤੇ ਜਦੋਂ ਆਪਾਂ ਉਸ ਪਾਵਨ ਬਾਣੀ ਦੀ ਵਿਚਾਰ ਕਰਾਂਗੇ ਤਾਂ ਫਿਰ ਸਾਡੇ ਜੀਵਨ ਦੇ ਵਿੱਚ ਰੌਸ਼ਨੀ ਪੈਦਾ ਹੋਏਗੀ ਗੁਰੂ ਦੇ ਵਿਚਾਰਾਂ ਦੀ। ਜਿਹੜੇ ਜਿਹੜੇ ਆਪਾਂ ਕੰਮ ਕਰਦੇ ਆ ਨਾ, ਗਲਤ ਹੋ ਰਹੇ ਨੇ, ਸਾਤੋਂ ਕਰਮ ਕਾਂਡ ਹੋ ਰਹੇ ਨੇ, ਗੁਰੂ ਤੋਂ ਉਲਟ ਚੱਲਣ ਦੀ ਆਪਾਂ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ, ਫਿਰ ਸਾਨੂੰ ਸਮਝ ਲੱਗ ਜਾਏਗੀ ਵੀ ਸਤਿਗੁਰੂ ਕੀ ਕਹਿੰਦੇ ਨੇ ਤੇ ਆਪਾਂ ਕੀ ਕਰ ਰਹੇ ਹਾਂ। ਜਦੋਂ ਤੱਕ ਸਹੀ ਮਾਇਨੇ ਵਿੱਚ ਪਾਵਨ ਬਾਣੀ ਦੇ ਅਰਥਾਂ ਦਾ ਸਾਨੂੰ ਨਹੀਂ ਪਤਾ ਹੋਵੇਗਾ, ਮਨ ਵੀ ਨਹੀਂ ਟਿਕੇਗਾ। ਬਹੁਤ ਵਾਰ ਅਸੀਂ ਜਦੋਂ ਪਾਵਨ ਬਾਣੀ ਪੜ੍ਹਦੇ ਹਾਂ ਤੇ ਸਾਡਾ ਮਨ ਟਿਕਦਾ ਨਹੀਂ ਹੈ। ਮਨ ਦੇ ਨਾ ਟਿਕਣ ਦਾ ਇੱਕੋ ਹੀ ਕਾਰਨ ਹੁੰਦਾ ਹੈ ਕਿ ਪਾਵਨ ਬਾਣੀ ਤਾਂ ਅਸੀਂ ਪੜ੍ਹ ਰਹੇ ਹਾਂ, ਲੇਕਿਨ ਪਾਵਨ ਬਾਣੀ ਦੇ ਵਿੱਚ ਜੋ ਕੁਝ ਕਿਹਾ ਗਿਆ ਹੈ, ਸਤਿਗੁਰੂ ਜੋ ਸਮਝਾ ਰਹੇ ਨੇ, ਉਸ ਚੀਜ਼ ਦੀ ਸਮਝ ਨਹੀਂ ਆ ਰਹੀ। ਇਸ ਲਈ ਹੀ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਵਿਸ਼ੇਸ਼ ਤੌਰ ਤੇ ਆਖਿਆ ਹੈ ਕਿ ਸ਼ਬਦ ਮੇਨ ਹੈ। ਸ਼ਬਦ ਦੀ ਸੇਧ ਵਿੱਚ ਤੁਰਿਆ ਇਨਸਾਨ ਹੀ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਪਹੁੰਚ ਸਕਦਾ ਹੈ। ਔਰ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਵਿਸ਼ੇਸ਼ ਤੌਰ ਤੇ ਗੱਲ ਆਖੀ ਗਈ, ਪਿਆਰਿਓ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਕਿ ਇਕੱਲਾ ਪੜ੍ਹਨ ਦੇ ਨਾਲ ਨਹੀਂ, ਭੇਦ ਰੱਬ ਦਾ ਜਿਹੜਾ ਬੁੱਝਣ ਨਾਲ ਹੋਏਗਾ। ਭੇਦ ਬੁੱਝਿਆ ਪਾਵਣਾ, ਜਦੋਂ ਬੁੱਝੋਗੇ, ਭਾਵ ਜਦੋਂ ਗੁਰੂ ਦੇ ਸ਼ਬਦ ਨੂੰ ਸਮਝ ਲਓਗੇ, ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਸਮਝ ਲਵਾਂਗੇ, ਉਹਦੀ ਡਾਇਰੈਕਸ਼ਨ ਦੇ ਮੁਤਾਬਕ ਤੁਰਾਂਗੇ ਨਾ, ਫਿਰ ਜ਼ਿੰਦਗੀ ਦੇ ਵਿੱਚ ਬਦਲਾਓ ਅਚਨਚੇਤ ਆਉਂਦਾ ਹੈ, ਨਹੀਂ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਦਾ। ਸਾਡੇ ਕੋਲੋਂ ਆਪਣੀ ਲਾਈਫ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਗਲਤ ਕੰਮ ਹੁੰਦੇ ਰਹਿੰਦੇ ਨੇ, ਬਹੁਤ ਘਾਟਵਾਦ ਹੁੰਦੀ ਰਹਿੰਦੀ ਹੈ। ਪਰ ਜਦੋਂ ਅਸੀਂ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਤੇ ਮਾਲਕ ਕਿਰਪਾ ਕਰਦਾ ਹੈ, ਸਾਨੂੰ ਸੱਚ ਜਿਹੜਾ ਉਹ ਸਮਝ ਪੈ ਜਾਂਦਾ ਹੈ ਔਰ ਅਸੀਂ ਸਹੀ ਸੇਧ ਵਿੱਚ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਪੜ੍ਹਦੇ ਹਾਂ ਫਿਰ ਵੱਖਰਾ ਜਿਹਾ ਆਨੰਦ ਆਉਂਦਾ ਪਾਵਨ ਬਾਣੀ ਪੜ੍ਹਨ ਦਾ। ਪਰ ਇੱਕ ਇੱਕ ਚੀਜ਼ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਅਸੀਂ ਕਿੱਥੇ ਰਾਈਟ ਹਾਂ, ਅਸੀਂ ਕਿੱਥੇ ਰੌਂਗ ਹਾਂ ਤੇ ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 7ਵੀਂ ਅਸ਼ਟਪਦੀ ਦੀ 6ਵੀਂ ਪੌੜੀ ਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ, ਜਿਹੜੀ ਅੱਜ ਅਸੀਂ ਆਪਣੇ ਪੱਲੇ ਬੰਨ੍ਹਣੀ ਹੈ। ਤੇ ਯਾਦ ਰੱਖਿਓ ਪਿਆਰਿਓ, ਗੁਰੂ ਦਾ ਜਿਹੜਾ ਬਚਨ ਹੈ, ਗੁਰੂ ਦਾ ਜਿਹੜਾ ਸਿਧਾਂਤ ਹੈ, ਉਹਨੂੰ ਘੁੱਟ ਕੇ ਆਪਣੇ ਪੱਲੇ ਬੰਨ੍ਹ ਕੇ ਰੱਖਣਾ ਹੈ, ਕਿਉਂਕਿ ਉਹ ਛੁੱਟਣਾ ਨਹੀਂ ਚਾਹੀਦਾ, ਸਾਡੀ ਜ਼ਿੰਦਗੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਬਾਕੀ ਦੀਆਂ ਚੀਜ਼ਾਂ ਛੱਡ ਦਿਓ,
ਛੋਟੀਆਂ ਮੋਟੀਆਂ ਲਾਈਫ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਜਿਹੜੀ ਵਿਸ਼ੇਸ਼ ਗੱਲ ਹੈ ਗੁਰੂ ਦੇ ਬਚਨ, ਗੁਰੂ ਦਾ ਸਿਧਾਂਤ, ਉਹਨੂੰ ਘੁੱਟ ਕੇ ਬੰਨੋ, ਕਿਉਂਕਿ ਗੁਰੂ ਦਾ ਜਿਹੜਾ ਬਚਨ ਹੈ ਉਹਨੇ ਹੀ ਤੁਹਾਡਾ ਪਾਰ ਉਤਾਰਾ ਕਰਨਾ ਹੈ, ਉਹਨੇ ਹੀ ਤੁਹਾਨੂੰ ਇਸ ਸੰਸਾਰ ਵਿੱਚ ਬਚਾਉਣਾ ਹੈ, ਉਹਨੇ ਹੀ ਤੁਹਾਡੀ ਇੱਜ਼ਤ ਰੱਖਣੀ ਹੈ। ਜਿਨ੍ਹਾਂ ਲੋਕਾਂ ਦੇ ਕੋਲ, ਜਿਨ੍ਹਾਂ ਇਨਸਾਨਾਂ ਦੇ ਪਾਸ ਗੁਰੂ ਦਾ ਬਚਨ ਹੁੰਦਾ ਹੈ, ਗੁਰੂ ਦਾ ਸ਼ਬਦ ਹੁੰਦਾ ਹੈ, ਉਹ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾਂਦੇ। ਮਾਰ ਇਨਸਾਨ ਉਹੀ ਖਾਂਦਾ ਹੈ ਜਿਸ ਬੰਦੇ ਦੇ ਪਾਸ ਗੁਰੂ ਦਾ ਬਚਨ ਨਹੀਂ, ਗੁਰੂ ਦਾ ਸ਼ਬਦ ਨਹੀਂ। ਨਾਲ ਮੈਂ ਇੱਕ ਹੋਰ ਇਹ ਵੀ ਐਡ ਗੱਲ ਕਰ ਦੇਵਾਂ ਕਿ ਜਿਸ ਬੰਦੇ ਦੇ ਪਾਸ ਗੁਰੂ ਦਾ ਸ਼ਬਦ ਹੈ ਉਹ ਕਦੇ ਘਬਰਾਉਂਦਾ ਨਹੀਂ, ਕਦੇ ਡਰਦਾ ਨਹੀਂ, ਔਰ ਸੱਚ ਦੇ ਨਾਲ ਹਮੇਸ਼ਾ ਹਿੱਕ ਤਾਣ ਕੇ ਤੁਰਦਾ ਹੁੰਦਾ ਹੈ। ਪਰ ਇਹ ਚੀਜ਼ ਅੱਜ ਸਾਡੇ ਘਰਾਂ ਦੇ ਵਿੱਚ ਮੁੱਕਦੀ ਜਾ ਰਹੀ ਹੈ, ਕਿਉਂਕਿ ਗੁਰਬਾਣੀ ਤੋਂ ਅਸੀਂ ਕੋਹਾਂ ਦੂਰ ਜਾ ਚੁੱਕੇ ਹਾਂ। ਦੁਬਾਰਾ ਫਿਰ ਸਾਨੂੰ ਜ਼ਰੂਰਤ ਹੈ ਪਾਵਨ ਬਾਣੀ ਦੇ ਲੜ ਲੱਗਣ ਦੀ। ਗੁਰਬਾਣੀ ਤੋਂ ਦੂਰ ਜਾਣ ਕਾਰਨ ਅੱਜ ਸਾਡੇ ਘਰਾਂ ਦੇ ਵਿੱਚ ਕਲੇਸ਼ ਹੈ, ਸਾਡੇ ਘਰਾਂ ਦੇ ਵਿੱਚ ਪ੍ਰੋਬਲਮਾਂ ਨੇ, ਸਾਡੇ ਬੱਚੇ ਵਿਗੜਦੇ ਜਾ ਰਹੇ ਨੇ, ਉਹ ਸਾਡੀ ਜਿਹੜੀ ਜੀਵਨ ਕਹਾਣੀ ਹੈ ਉਹ ਵਿਗੜਦੀ ਜਾ ਰਹੀ ਹੈ। ਸਾਨੂੰ ਸਮਝ ਨਹੀਂ ਆ ਰਿਹਾ ਵੀ ਸਾਨੂੰ ਕਰਨਾ ਕੀ ਚਾਹੀਦਾ ਹੈ। ਸੋ ਗੁਰੂ ਸਾਹਿਬ ਦੇ ਪਾਵਨ ਚਰਨਾਂ 'ਚ ਹੱਥ ਜੋੜ ਕੇ ਖੜੇ ਹੋਈਏ ਤੇ ਮਾਲਕ ਨੂੰ ਬੇਨਤੀ ਕਰੀਏ, ਸਤਿਗੁਰੂ ਭੁੱਲੇ ਆ, ਭਟਕੇ ਆ, ਪਰ ਹੈ ਤੇਰੇ ਸਿੱਖਾਂ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਜਦੋਂ ਸਿੱਖ ਭੁੱਲ ਵੀ ਜਾਵੇ ਨਾ, ਗਲਤ ਰਸਤੇ ਨੂੰ ਜਾ ਰਿਹਾ ਹੋਵੇ, ਉੱਜੜ ਨੂੰ ਜਾ ਰਿਹਾ ਹੋਵੇ, ਤੇ ਇੱਕ ਗੁਰੂ ਦਾ ਹੀ ਸਹਾਰਾ ਹੁੰਦਾ ਹੈ, ਗੁਰੂ ਦਾ ਹੀ ਆਸਰਾ ਹੁੰਦਾ ਕਿ ਦੁਬਾਰਾ ਫਿਰ ਆਪਣੇ ਸਿੱਖ ਦੀ ਬਾਹ ਪਕੜ ਕੇ, ਉਂਗਲ ਪਕੜ ਕੇ ਤੇ ਆਪਣੇ ਸਿੱਖ ਨੂੰ ਸਿੱਧੇ ਰਸਤੇ ਤੇ ਪਾ ਦਿੰਦਾ, ਉਹਨੂੰ ਸਹੀ ਜੀਵਨ ਸਿੱਧ ਦੇ ਦਿੰਦਾ। ਨਹੀਂ ਸਿੱਖਾ, ਤੂੰ ਗਲਤ ਰਸਤੇ ਤੇ ਜਾ ਰਿਹਾ, ਆਹ ਰਸਤਾ ਸਹੀ ਨਹੀਂ ਹੈ, ਆਹ ਰਸਤਾ ਸਹੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਬੜੀਆਂ ਕਮਾਲ ਦੀਆਂ ਗੱਲਾਂ ਕਹੀਆਂ। ਆਓ ਪੜ੍ਹੀਏ। ਸਾਧ ਕੈ ਸੰਗ ਨਹੀਂ ਕਛ ਘਾਲ। ਸੁਖਮਨੀ ਸਾਹਿਬ ਦਾ ਵੈਸੇ ਵੀ ਇੱਕ ਇੱਕ ਬਚਨ ਜਿਹੜਾ ਉਹ ਬੜਾ ਅਮੋਲਕ ਹੈ, ਬਹੁਤ ਬੇਸ਼ਕੀਮਤੀ ਹੈ। ਜੇ ਪੱਲੇ ਪੈ ਗਿਆ ਨਾ, ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੇ ਜਿਹੜੀਆਂ ਝੋਲੀ ਵਿੱਚ ਹੋਣਗੀਆਂ। ਗੁਰੂ ਅਰਜਨ ਸਾਹਿਬ ਕਹਿੰਦੇ ਸਾਧ ਕੈ ਸੰਗ, ਗੁਰੂ ਦਾ ਸੰਗ, ਗੁਰੂ ਦੀ ਸੰਗਤ ਕਰਨ ਨਾਲ ਨਹੀਂ ਕਛ ਘਾਲ। ਸਾਨੂੰ ਨਾ ਵਿਸ਼ੇਸ਼ ਤੌਰ ਤੇ ਕੋਈ ਘਾਲ, ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਭਾਵ ਕਰਮ ਕਾਂਡਾਂ ਵਾਲਾ ਜੀਵਨ ਹੈ ਜਿਹੜਾ ਉਹ ਖਤਮ ਹੋ ਜਾਂਦਾ ਜਦੋਂ ਆਪਾਂ ਗੁਰੂ ਦਾ ਸੰਗ ਕਰਦੇ ਹਾਂ, ਗੁਰੂ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਧਾਰਨ ਕਰਦੇ ਹਾਂ। ਨਹੀਂ ਕਛ ਘਾਲ, ਤਪ ਜਪ ਜਾਂ ਹੋਰ ਕਰਮਕਾਂਡ ਜਿਹੜੇ ਨੇ ਉਹ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਰਖਤਾਂ ਨਾਲ ਲਟਕੇ ਹੋਏ ਲੋਕਾਂ ਨੂੰ ਸੱਚ ਸਮਝਾਇਆ ਕਿ ਜੇ ਰੱਬ ਦਰਖਤਾਂ ਨਾਲ ਲਟਕ ਕੇ ਮਿਲਦਾ ਹੋਵੇ ਤੇ ਬਹੁਤ ਸਾਰੇ ਐਸੇ ਪੰਛੀ ਨੇ ਜਿਹੜੇ ਦਰਖਤਾਂ ਦੇ ਨਾਲ ਲਟਕੇ ਰਹਿੰਦੇ ਨੇ, ਕੁਝ ਰਾਤ ਨੂੰ ਕੁਝ ਦਿਨੇ, ਉਹਨਾਂ ਨੂੰ ਰੱਬ ਅੱਜ ਤੱਕ ਨਹੀਂ ਮਿਲਿਆ। ਜੇ ਖੂਹਾਂ ਦੇ ਵਿੱਚ ਲਟਕ ਕੇ ਪਰਮਾਤਮਾ ਮਿਲਣਾ ਹੁੰਦਾ, ਪਾਣੀ ਦੇ ਵਿੱਚ ਖੜੇ ਹੋ ਕੇ ਰੱਬ ਮਿਲਣਾ ਹੁੰਦਾ, ਤੇ ਡੱਡੂਆਂ ਨੂੰ ਮਿਲ ਜਾਣਾ ਚਾਹੀਦਾ ਸੀ, ਮੱਛੀਆਂ ਨੂੰ ਮਿਲ ਜਾਣਾ ਚਾਹੀਦਾ ਸੀ, ਪਰ ਉਹ ਤਾਂ ਬ੍ਰਹਮ ਗਿਆਨੀ ਨਹੀਂ ਬਣੀਆਂ। ਫਿਰ ਤੁਸੀਂ ਕਿੱਦਾਂ ਬਣ ਜਾਓਗੇ? ਗੁਰੂ ਨਾਨਕ ਸਾਹਿਬ ਨੇ ਇਸੇ ਲਈ ਦਰਖਤਾਂ ਦੇ ਹੇਠਾਂ ਬੈਠ ਕੇ, ਕਈ ਵਾਰ ਵੇਖਦੇ ਐਸੀਆਂ ਤਸਵੀਰਾਂ ਮਿਲਦੀਆਂ ਨੇ ਕੀੜੇ ਮਕੌੜੇ ਵੀ ਚੜੇ ਹੋਏ ਸਰੀਰ ਦੇ ਉੱਤੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਲਈ ਸਮਝਾਇਆ। ਗੁਰਬਾਣੀ ਦੇ ਵਿੱਚ ਇੱਕ ਬਚਨ ਬੜਾ ਪਿਆਰਾ ਆਉਂਦਾ ਸਤਿਗੁਰੂ ਦਾ, ਕਹਿੰਦੇ ਤਪ ਕਰਤੇ ਤਪੱਸੀ ਭੁਲਾਏ। ਹੁਣ ਇੱਥੇ ਗੱਲ ਕੀ ਹੈ? ਮਾਇਆ ਦੀ ਗੱਲ ਹੈ ਕਿ ਉਹਨਾਂ ਦਾ ਨਾ ਆਪਣੇ ਜੀਵਨ ਦੇ ਉੱਤੇ ਵੀ ਕੰਟਰੋਲ ਨਹੀਂ ਹੁੰਦਾ, ਮਨ ਉੱਤੇ ਵੀ ਕੰਟਰੋਲ ਨਹੀਂ ਹੁੰਦਾ। ਕੱਲੀ ਤਪੱਸਿਆ ਕਰਨ ਨਾਲ ਕੁਝ ਨਹੀਂ ਹੋਣਾ, ਗੁਰੂ ਵੀ ਨਾਲ ਹੋਣਾ ਚਾਹੀਦਾ। ਤੇ ਜਿਨ੍ਹਾਂ ਦੇ ਨਾਲ ਸਤਿਗੁਰੂ ਹੋਵੇ ਉਹਨਾਂ ਦੀ ਤਾਂ ਤਪੱਸਿਆ ਹੀ ਤਪੱਸਿਆ ਹੈ। ਉਹਨਾਂ ਨੂੰ ਵਿਸ਼ੇਸ਼ ਪਾਥੀਆਂ ਬਾਲ ਕੇ ਸੈਂਟਰ ਵਿੱਚ ਬਹਿ ਕੇ ਲੋਕਾਂ ਨੂੰ ਇਹ ਦਿਖਾਵਾ ਕਰਨਾ ਕਿ ਮੈਂ ਅੱਗ ਨੂੰ ਸਹਿਣ ਕਰ ਸਕਦਾ, ਦਰਖਤਾਂ ਨਾਲ ਪੁੱਠੇ ਲਟਕਣਾ, ਭੋਰਿਆਂ 'ਚ ਬਹਿਣਾ, ਜਾਂ ਕਈ ਤਰ੍ਹਾਂ ਦੇ ਹੋਰ ਜਿਹੜੇ ਨੇ ਉਹ ਕਰਮਕਾਂਡ ਕਰਨੇ, ਸਤਿਗੁਰੂ ਨੇ ਮਨਾ ਕੀਤਾ। ਸਤਿਗੁਰੂ ਨੇ ਸਮਝਾਇਆ ਕਿ ਤੁਹਾਡੇ ਅੰਦਰ ਰੱਬ ਦਾ ਪਿਆਰ ਹੈ, ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਤਾਂ ਹੀ ਇਹ ਕੰਮ ਕਰ ਰਹੇ ਹੋ, ਪਰ ਤੁਹਾਡਾ ਰਸਤਾ ਗਲਤ ਹੈ। ਰੱਬ ਨੂੰ ਪਾਉਣ ਦੇ ਲਈ ਦਰਖਤਾਂ ਨਾਲ ਲਟਕਣ ਦੀ ਲੋੜ ਨਹੀਂ ਤੁਹਾਨੂੰ, ਰੱਬ ਨੂੰ ਪਾਉਣ ਲਈ ਵਿਸ਼ੇਸ਼ ਤੌਰ ਤੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਤੁਹਾਨੂੰ। ਤੁਸੀਂ ਰੱਬ ਨੂੰ ਮੁਹੱਬਤ ਕਰਦੇ ਹੋ, ਪਿਆਰ ਕਰਦੇ ਹੋ, ਉਹਨੂੰ ਪਾਉਣਾ ਚਾਹੁੰਦੇ ਹੋ, ਰਸਤਾ ਹੀ ਗਲਤ ਆਪਾਂ ਲੈ ਲਿਆ, ਤਰੀਕਾ ਹੀ ਆਪਾਂ ਗਲਤ ਲੈ ਲਿਆ। ਸੋ ਸਤਿਗੁਰੂ ਜੀ ਨੇ ਉਹਨਾਂ ਨੂੰ ਸਹੀ ਰਸਤਾ ਦੱਸਿਆ। ਕਿਹੜਾ ਜੀ ਭਲਾ? ਸਤਿਗੁਰੂ ਨੇ ਕਿਹਾ ਸੀ ਆਪਣੇ ਘਰ ਪਰਿਵਾਰ ਵਿੱਚ ਰਹੋ, ਜ਼ਿੰਮੇਵਾਰੀਆਂ ਸੰਭੋ, ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰੋ, ਸਮਾਜ ਵਿੱਚ ਵਿਚਰੋ, ਜਿਹੜੇ ਤੁਹਾਡੇ ਵਿੱਚ ਗੁਣ ਨੇ ਉਹ ਦੂਜਿਆਂ ਦੇ ਨਾਲ ਸ਼ੇਅਰ ਕਰੋ, ਜਿਹੜੇ ਤੁਹਾਡੇ ਔਗਣ ਨੇ ਉਹ ਹੌਲੀ ਹੌਲੀ ਖਤਮ ਹੁੰਦੇ ਜਾਣਗੇ। ਫਿਰ ਕੀ ਹੋਏਗਾ? ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭਦਿਆਂ ਹੋਇਆਂ ਮਾਲਕ ਦੀ ਬਣਾਈ ਕੁਦਰਤ ਵਿੱਚ ਰਹਿ ਕੇ ਆਨੰਦ ਮਾਣਨ ਦੇ ਨਾਲ ਮਾਲਕ ਦੀ ਪ੍ਰਾਪਤੀ ਹੋ ਜਾਂਦੀ। ਇਸ ਲਈ ਕਿਤੇ ਜਾਣ ਦੀ ਲੋੜ ਨਹੀਂ। ਗੁਰਬਾਣੀ 'ਚ ਕੀ ਕਿਹਾ ਜੀ? ਤਪ ਕਰਤੇ ਤਪੱਸੀ ਭੁਲਾਏ।
ਤਪ ਕਰਨ ਵਾਲੇ ਵੱਡੇ ਵੱਡੇ ਤਪਸਵੀ ਜਿਹੜੇ ਸੀ ਉਹ ਵੀ ਮਾਇਆ ਨੇ ਜਿਹੜੇ ਸੀ ਉਹ ਡੁਲਾ ਦਿੱਤੇ, ਭੁੱਲ ਗਏ ਸਾਰਾ ਕੁਝ। ਤਪ ਕਰਤੇ ਤਪੱਸੀ ਭੁਲਾਏ, ਪੰਡਤ ਮੋਹੇ ਲੋਭ ਸਬਾਏ, ਤ੍ਰੈ ਗੁਣ ਮੋਹੇ ਮੋਇਆ ਆਕਾਸ਼, ਹਮ ਸਤਿਗੁਰ ਰਾਖੇ ਦੇ ਕਰ ਹਾਥ। ਬਚਦਾ ਕੌਣ ਹੈ? ਜਿਹਦੇ ਮੱਥੇ ਉੱਤੇ ਗੁਰੂ ਦਾ ਹੱਥ ਹੋਵੇ, ਜਿਹਦੇ ਸਿਰ ਦੇ ਉੱਤੇ ਸਤਿਗੁਰੂ ਦੀ ਛਤਰ ਛਾਇਆ ਹੋਵੇ, ਬਚਦਾ ਉਹੀ ਹੈ। ਨਹੀਂ ਤਾਂ ਬਾਕੀ ਸਾਰੇ ਰੁੜ ਜਾਂਦੇ ਨੇ ਇਸ ਰੋੜ ਦੇ ਵਿੱਚ। ਇੰਨੀ ਕੁ ਸ਼ਕਤੀ, ਇੰਨੀ ਕੁ ਤਾਕਤ ਹੈ ਇਹ ਦੁਨਿਆਵੀ ਕਿ ਇਹ ਟਿਕਣ ਨਹੀਂ ਦਿੰਦੀ ਕਿਸੇ ਇਨਸਾਨ ਨੂੰ। ਪਰ ਜਿਸ ਬੰਦੇ ਦੇ ਕੋਲ ਗੁਰੂ ਦਾ ਗਿਆਨ ਹੋਵੇ ਨਾ, ਉਸ ਬੰਦੇ ਨੂੰ ਦੁਨੀਆ ਦੀ ਕੋਈ ਸ਼ਕਤੀ, ਕੋਈ ਤਾਕਤ ਜਿਹੜੀ ਉਹ ਭਟਕਾ ਨਹੀਂ ਸਕਦੀ। ਇਸ ਲਈ ਸਤਿਗੁਰੂ ਨੇ ਕਿਹਾ ਵੀ ਗੁਰੂ ਦਾ ਸੰਗ ਕਰਨ ਨਾਲ ਆ ਵਾਧੂ ਦੇ ਕਰਮ ਕਾਂਡਾਂ ਤੋਂ ਜਿਹੜਾ ਨਾ ਉਹ ਖਹਿੜਾ ਛੁੱਟ ਜਾਂਦਾ। ਵਾਧੂ ਦੇ ਕਰਮ ਕਾਂਡ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ ਹੈ। ਸਿੱਧਾ ਸਾਦਾ ਜਿਹਾ ਜਿਹੜਾ ਰਸਤਾ ਨਾ ਸਤਿਗੁਰੂ ਦਾ, ਉਹਦੇ ਉੱਤੇ ਤੁਰੇ ਆਈ ਅਕਾਲ ਪੁਰਖ ਵਾਹਿਗੁਰੂ ਸਾਡੇ ਧੁਰ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ। ਸਿੱਖੀਜ਼ਮ ਦੀ ਸਭ ਤੋਂ ਵੱਡੀ ਜਿਹੜੀ ਦੇਣ ਹੈ ਦੁਨੀਆ ਨੂੰ, ਪਤਾ ਕੀ ਹੈ? ਸਿੱਖੀਜ਼ਮ ਨੇ ਦੱਸਿਆ ਰੱਬ ਬਾਹਰੋਂ ਨਹੀਂ, ਰੱਬ ਅੰਦਰੋਂ ਮਿਲਦਾ। ਪਰਮਾਤਮਾ ਕਿਤੇ ਬਾਹਰੋਂ ਨਹੀਂ, ਪਰਮਾਤਮਾ ਤੁਹਾਡੇ ਅੰਦਰੋਂ ਪ੍ਰਗਟ ਹੁੰਦਾ। ਜਿਵੇਂ ਬੱਦਲਾਂ ਦੇ ਵਿੱਚੋਂ ਹੀ ਮੀਂਹ ਪੈਦਾ ਹੁੰਦਾ ਹੈ, ਪਰ ਬੱਦਲਾਂ ਵਿੱਚ ਪਾਣੀ ਹੈ, ਬੱਦਲ ਉੱਡਦੇ ਫਿਰਦੇ ਨੇ, ਇਦਾਂ ਨਹੀਂ ਪਤਾ ਲੱਗਦਾ। ਜਹਾਜ਼ ਸਾਡੇ ਬੱਦਲਾਂ ਵਿੱਚੋਂ ਕ੍ਰੋਸ ਕਰ ਜਾਂਦੇ ਨੇ, ਨਹੀਂ ਪਤਾ ਲੱਗਦਾ। ਪਰ ਬੱਦਲਾਂ ਵਿੱਚ ਪਾਣੀ ਹੁੰਦਾ ਹੈ, ਜਦੋਂ ਉਹ ਭਰਦੇ ਨੇ ਇੱਕ ਰੱਬੀ ਨਿਯਮ ਹੈ, ਉਹਦੇ ਥਰੂ ਬਾਅਦ 'ਚ ਮੀਂਹ ਕਣੀਆਂ ਦੇ ਰੂਪ ਦੇ ਵਿੱਚ ਵਰਦਾ ਹੈ, ਪਾਣੀ ਬਣ ਜਾਂਦਾ। ਪਾਣੀ ਬੱਦਲਾਂ ਦੇ ਵਿੱਚ ਹੀ ਮੌਜੂਦ ਹੁੰਦਾ, ਪਰ ਇੱਕ ਤਰੀਕੇ ਨਾਲ ਉਹ ਬਾਹਰ ਨਿਕਲਦਾ। ਇਸੇ ਤਰ੍ਹਾਂ ਪ੍ਰਮਾਤਮਾ ਵੀ ਸਾਡੇ ਅੰਦਰ ਮੌਜੂਦ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਜਿਵੇਂ ਸਾਰੀਆਂ ਲੱਕੜਾਂ ਦੇ ਵਿੱਚ ਅੱਗ ਮੌਜੂਦ ਹੈ, ਲੱਕੜ 'ਚ ਅੱਗ ਮੌਜੂਦ ਹੁੰਦੀ ਹੈ ਪਹਿਲਾਂ ਹੀ, ਲੇਕਿਨ ਬਾਹਰੋਂ ਤੀਲੀ ਦੇਣ ਦੇ ਨਾਲ ਉਹ ਅੰਦਰੋਂ ਪ੍ਰਗਟ ਹੋ ਜਾਂਦੀ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਦੁੱਧ ਵਿੱਚ ਜਿਵੇਂ ਘਿਓ ਹੁੰਦਾ। ਜਿਵੇਂ ਸਤਿਗੁਰੂ ਨੇ ਕਿਹਾ ਵੀ ਜਿਵੇਂ ਅੱਗ ਲੱਕੜ ਵਿੱਚ ਹੈ ਪਰ ਉਹਨੂੰ ਖਾਸ ਤਰੀਕੇ ਨਾਲ ਪ੍ਰਗਟ ਕੀਤਾ ਜਾਂਦਾ ਹੈ, ਦੁੱਧ ਵਿੱਚ ਘਿਓ ਹੈ ਪਰ ਉਹਨੂੰ ਖਾਸ ਤਰੀਕੇ ਨਾਲ ਹੀ ਬਾਹਰ ਕੱਢਿਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਅੰਦਰ ਨਿਰੰਕਾਰ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨੰਦਨ ਨੀਤ, ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗਮੀਤ। ਇਆਨੜੀਏ ਮਨੜਾ ਕਾਏ ਕਰੇ, ਆਪਣੇ ਘਰ ਹਰ ਰੰਗੋ ਕੀ ਨਾ ਮਾਣੇ, ਸ਼ੌ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ। ਸਤਿਗੁਰੂ ਨੇ ਸਮਝਾਇਆ ਕਿ ਤੇ ਬਾਹਰ ਥੋੜੀ ਗਿਆ ਹੋਇਆ, ਉਹ ਤਾਂ ਤੇਰੇ ਆਪਣੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ। ਸੋ ਬਾਪੂ ਜੀ ਨੇ ਸਭ ਤੋਂ ਵੱਡੀ ਕਿਰਪਾ ਕੀਤੀ, ਬੰਦੇ ਨੂੰ ਸਮਝਾਇਆ ਉਹ ਤੇਰੇ ਅੰਦਰ ਹੀ ਹੈ। ਇਸ ਲਈ ਗੁਰੂ ਦਾ ਸੰਗ ਕਰਨ ਨਾਲ ਸਿੱਖ ਦਾ ਛੁਟਕਾਰਾ ਇੰਨਾ ਵਾਧੂ ਚੀਜ਼ਾਂ ਤੋਂ ਹੋ ਗਿਆ। ਇਸ ਲਈ ਸਿੱਖ ਨਾ ਸ਼ਰਾਧ ਮੰਨਦਾ, ਨਾ ਵਰਤ ਰੱਖਦਾ, ਨਾ ਧਾਗੇ ਤਵੀਤ ਗਲ ਵਿੱਚ ਪਾਉਂਦਾ। ਸਿੱਖ ਸਭਨਾਂ ਨੂੰ ਪਿਆਰ ਕਰਦਾ ਹੈ, ਪਰ ਕਿਸੇ ਤਰ੍ਹਾਂ ਦਾ ਵੀ ਕਰਮ ਕਾਂਡ ਜਿਹੜਾ ਉਹ ਸਿੱਖ ਨਹੀਂ ਕਰਦਾ। ਆਪਣੇ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ ਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਆਪਣੇ ਜਨਮ ਨੂੰ ਸਫਲ ਕਰ ਲੈਂਦਾ। ਦਰਸ਼ਨ ਭੇਟਤ ਹੋਤ ਨਿਹਾਲ। ਸਤਿਗੁਰੂ ਜੀ ਕਹਿੰਦੇ ਗੁਰੂ ਦਾ ਜਿਹੜਾ ਦਰਸ਼ਨ ਹੈ, ਜਦੋਂ ਸਾਧ ਸੰਗਤ ਦੇ ਥਰੂ ਅਸੀਂ ਸਤਿਗੁਰੂ ਦਾ ਦਰਸ਼ਨ ਕਰਦੇ ਹਾਂ, ਫਿਰ ਕੀ ਹੁੰਦਾ? ਹੋਤ ਨਿਹਾਲ। ਨਿਹਾਲ ਭਾਵ ਖੁਸ਼ੀ। ਸਾਡੇ ਨਾ ਜੀਵਨ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਪ੍ਰਗਟ ਹੋ ਜਾਂਦੀ ਹੈ, ਔਰ ਉਹ ਖੁਸ਼ੀ ਜਿਹੜੀ ਕਦੇ ਬਾਅਦ 'ਚ ਗਮੀ ਦੇ ਰੂਪ ਦੇ ਵਿੱਚ ਨਹੀਂ ਬਦਲਦੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ। ਜਦੋਂ ਗੁਰੂ ਦਾ ਦਰਸ਼ਨ ਹੋ ਜਾਏ ਪਰ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਪ੍ਰਗਟ ਹੋ ਜਾਂਦਾ, ਔਰ ਉਹ ਆਨੰਦ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ। ਉਹ ਖੁਸ਼ੀ ਜਿਹੜੀ ਖਰੀਦੀ ਨਹੀਂ ਜਾ ਸਕਦੀ ਪੈਸੇ ਨਾਲ, ਕਿਤੇ ਨਹੀਂ ਸਾਨੂੰ ਮਿਲਦੀ। ਉਹ ਖੁਸ਼ੀ ਸਾਡੇ ਧੁਰ ਅੰਦਰੋਂ ਪ੍ਰਗਟ ਹੁੰਦੀ ਹੈ, ਔਰ ਉਹ ਖੁਸ਼ੀ ਗੁਰੂ ਦੇ ਸ਼ਬਦ ਦੇ ਥਰੂ, ਗੁਰੂ ਦੇ ਸ਼ਬਦ ਦੇ ਦੁਆਰਾ ਪ੍ਰਗਟ ਹੁੰਦੀ ਹੈ। ਸੋ ਜ਼ਰੂਰੀ ਕੀ ਹੈ ਵੀ ਆਪਣੇ ਗੁਰੂ ਦੇ ਨਾਲ ਆਪਾਂ ਜੁੜ ਕੇ ਰਹੀਏ। ਇਹ ਵੀ ਨਾਲ ਪੱਲੇ ਬੰਨਿਓ ਜੀ। ਅੱਜ ਕੱਲ ਸਤਿਗੁਰੂ ਨੇ ਕਿਹਾ ਵੀ ਗੁਰੂ ਦਾ ਦਰਸ਼ਨ ਕਰਿਓ। ਦਰਸ਼ਨ ਕੀ ਹੈ ਗੁਰੂ ਦਾ? ਇੱਕ ਬਚਨ ਹੈ ਗੁਰਬਾਣੀ ਦਾ ਬੜਾ ਪਿਆਰਾ। ਸਤਿਗੁਰੂ ਨੇ ਉਹਦੇ ਵਿੱਚ ਆਖਿਆ ਵੀ ਸਾਰਾ ਸੰਸਾਰ, ਪੂਰੀ ਦੁਨੀਆ ਸਤਿਗੁਰੂ ਨੂੰ ਦੇਖਦੀ ਹੈ, ਸਾਰਾ ਸੰਸਾਰ ਦੇਖਦਾ ਹੈ। ਪਰ ਬਾਪੂ ਜੀ ਨੇ ਆਖਿਆ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਵੀ ਦੁਨੀਆ ਦਰਸ਼ਨ ਤਾਂ ਕਰ ਰਹੀ ਹੈ, ਪਰ ਕੱਲਾ ਗੁਰੂ ਨੂੰ ਵੇਖਣ ਨਾਲ ਨਹੀਂ। ਜਦੋਂ ਤੱਕ ਗੁਰੂ ਦੇ ਬਚਨਾਂ ਦੀ ਵਿਚਾਰ ਕਰਕੇ ਉਹਨੂੰ ਜੀਵਨ ਵਿੱਚ ਨਹੀਂ ਧਾਰਨ ਕਰਾਂਗੇ, ਉਦੋਂ ਤੱਕ ਉਧਾਰ ਨਹੀਂ ਹੋਣਾ, ਉਦੋਂ ਤੱਕ ਸੱਚੀ ਖੁਸ਼ੀ ਨਹੀਂ ਬਣਨੀ। ਸੋ ਗੁਰੂ ਦਾ ਦਰਸ਼ਨ ਕੀ ਹੈ? ਗੁਰੂ ਦੇ ਬਚਨਾਂ ਨੂੰ, ਗੁਰੂ ਦੀਆਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ। ਜਿੱਥੇ ਜਿੱਥੇ ਸਾਨੂੰ ਲੱਗਦਾ ਸਾਡੀਆਂ ਕਮਜ਼ੋਰੀਆਂ ਨੇ, ਉੱਥੇ ਉੱਥੇ ਕਮਜ਼ੋਰੀਆਂ ਨੂੰ ਦੂਰ ਕਰਨਾ ਚਾਹੀਦਾ। ਜਿੱਥੇ ਜਿੱਥੇ ਸਾਨੂੰ ਲੱਗਦਾ ਸਾਡੀਆਂ ਗਲਤੀਆਂ ਨੇ, ਸਾਡੇ ਵਿੱਚ ਔਗਣ ਹੈ, ਆਪਾਂ ਗਲਤ ਵੇਹ ਤੇ ਜਾ ਰਹੇ ਹਾਂ, ਉੱਥੇ ਗੁਰੂ ਦਾ ਪੱਲਾ ਪਕੜ ਕੇ ਸਾਨੂੰ ਸਿੱਧਾ ਰਸਤਾ ਜਿਹੜਾ ਅਖਤਿਆਰ ਕਰ ਲੈਣਾ ਚਾਹੀਦਾ।
ਪਰ ਹੁੰਦਾ ਕੀ ਆਪਾਂ ਜ਼ਿਆਦਾਤਰ ਆਪਣੀ ਆਕੜ, ਆਪਣੀ ਹਉਮੈ, ਆਪਣੇ ਹੰਕਾਰ ਵਿੱਚ ਪਏ ਰਹਿੰਦੇ ਆ ਤੇ ਗੁਰੂ ਦਾ ਜਿਹੜਾ ਸਿੱਧਾ ਸਾਦਾ ਰਸਤਾ ਉਹਦੇ ਉੱਤੇ ਆਪਾਂ ਤੁਰਨਾ ਹੀ ਨਹੀਂ ਚਾਹੁੰਦੇ। ਸਤਿਗੁਰੂ ਅੱਗੇ ਕਹਿੰਦੇ ਨੇ, ਸਾਧ ਕੈ ਸੰਗ ਕਲੂਖਤ ਹਰੈ। ਗੁਰੂ ਦਾ ਸੰਗ ਕਰਨ ਨਾਲ, ਗੁਰੂ ਦੇ ਵਿਚਾਰਾਂ ਨੂੰ, ਗੁਰੂ ਦੇ ਸ਼ਬਦਾਂ ਨੂੰ ਆਪਣੇ ਜੀਵਨ ਵਿੱਚ ਵਸਾਉਣ ਨਾਲ ਇਨਸਾਨ ਦੇ ਆਪਣੇ ਕੀਤੇ ਹੋਏ ਪਾਪਾਂ ਦਾ ਨਾਸ਼ ਹੋ ਜਾਂਦਾ। ਦੇਖੋ ਜੀ, ਪਾਪ ਦਾ ਮਤਲਬ ਹੁੰਦਾ ਕਿਸੇ ਨੂੰ ਸੱਟ ਮਾਰਨੀ। ਪਾਪ ਕਿਸੇ ਨੂੰ ਸੱਟ ਮਾਰਨੀ। ਕਦੇ ਭੁੱਲ ਕੇ ਵੀ ਨਾ ਪਾਪ ਨਹੀਂ ਜ਼ਿੰਦਗੀ 'ਚ ਕਰਨਾ ਚਾਹੀਦਾ। ਹਾਂ, ਅਚਨਚੇਤ ਇਨਸਾਨ ਦੇ ਕੋਲੋਂ ਹੋ ਜਾਏ ਗੱਲ ਵੱਖਰੀ ਹੈ, ਪਰ ਜਾਣ-ਬੁੱਝ ਕੇ ਕਿਸੇ ਨੂੰ ਸੱਟ ਨਾ ਮਾਰੋ, ਜਾਣ-ਬੁੱਝ ਕੇ ਕਿਸੇ ਦਾ ਬੁਰਾ ਨਾ ਕਰੋ, ਜਾਣ-ਬੁੱਝ ਕੇ ਕਿਸੇ ਦਾ ਨੁਕਸਾਨ ਨਾ ਕਰੋ। ਇਹ ਪਾਪ ਹੈ, ਇਹਦੇ ਤੋਂ ਬਚ ਕੇ ਰਹੋ। ਔਰ ਜਦੋਂ ਇਨਸਾਨ ਆਪਣੇ ਗੁਰੂ ਨਾਲ ਜੁੜਦਾ ਹੈ, ਫਿਰ ਸਾਰੇ ਪਾਪ ਨਾਸ਼ ਹੋ ਜਾਂਦੇ, ਭਾਵ ਜੀਵਨ ਵਿੱਚੋਂ ਔਗਣ ਜਿਹੜੇ ਉਹ ਦੂਰ ਹੋ ਜਾਂਦੇ ਨੇ। ਫਿਰ ਇਨਸਾਨ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ, ਨਾ ਆਪ ਗਲਤ ਰਸਤੇ ਤੇ ਪੈਂਦਾ ਹੈ, ਨਾ ਗਲਤ ਰਸਤੇ ਦੇ ਥਰੂ ਕਦੀ ਕਿਸੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ। ਵੇਖੋ, ਇਹ ਜੀਵਨ ਵਿੱਚ ਬਦਲਾਅ ਆ ਜਾਂਦਾ। ਹੁਣ ਮੈਂ ਤੁਹਾਨੂੰ ਇਤਿਹਾਸ ਵੱਲ ਲੈ ਕੇ ਜਾਣਾ। ਗੁਰੂ ਰਾਮਦਾਸ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਕਿਉਂ ਨਹੀਂ ਪ੍ਰਵਾਨ ਕੀਤਾ? ਇੱਕ ਸਵਾਲ ਹੈ। ਉਹਦੇ ਪਿੱਛੇ ਇੱਕ ਕਾਰਨ ਸੀ, ਕਿਉਂਕਿ ਪ੍ਰਿਥੀ ਚੰਦ ਰਾਜਨੀਤਿਕ ਬੰਦਾ ਸੀ। ਉਹਦੇ 'ਚ ਧਰਮ ਘੱਟ ਤੇ ਰਾਜਨੀਤੀ ਜ਼ਿਆਦਾ ਸੀ। ਸੋ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਵਾਰ ਸਮਝਾਇਆ ਸੀ, ਪੁੱਤਰਾ, ਕੱਲੀ ਦੌਲਤ ਨਾਲ, ਪੈਸੇ ਨਾਲ ਇਨਸਾਨ ਦਾ ਜੀਵਨ ਉੱਚਾ ਨਹੀਂ ਬਣਦਾ। ਕੱਲੇ ਪੈਸੇ ਨਾਲ, ਕੱਲੀ ਦੌਲਤ ਨਾਲ ਇਨਸਾਨ ਖੁਸ਼ ਨਹੀਂ ਹੋ ਸਕਦਾ। ਪਰ ਉਹ ਰਾਤ ਦਿਨ ਇੱਕੋ ਹੀ ਚੀਜ਼ ਉੱਤੇ ਫੋਕਸ ਕਰਦਾ ਸੀ ਕਿ ਮੈਂ ਆਪਣੇ ਭਰਾ ਨੂੰ ਨੀਵਾਂ ਦਿਖਾ ਕੇ ਤੇ ਉਹਨੂੰ ਮੈਂ ਮਰਵਾ ਦੇਵਾਂ ਜਾਂ ਉਹਦਾ ਨੁਕਸਾਨ ਕਰਵਾ ਦੇਵਾਂ ਤੇ ਆਪ ਗੁਰਤਾ ਗੱਦੀ ਦਾ ਵਾਰਸ ਬਣ ਜਾਵਾਂ। ਜਦੋਂ ਬੰਦੇ ਦੇ ਮਨ ਵਿੱਚ ਇਹ ਭਾਵਨਾ ਪੈਦਾ ਹੋ ਜਾਏ ਨਾ ਕਿ ਮੈਂ ਦੂਸਰੇ ਬੰਦੇ ਦਾ ਨੁਕਸਾਨ ਕਰਨਾ ਹੀ ਕਰਨਾ, ਉਹ ਬੰਦਾ ਕਦੇ ਇਨਸਾਨ ਅਖਵਾਉਣ ਦਾ ਹੱਕਦਾਰ ਨਹੀਂ ਹੁੰਦਾ। ਇਨਸਾਨ ਉਹੀ ਹੁੰਦਾ ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਦੂਸਰੇ ਦਾ ਭਲਾ ਕਰੇ। ਹੁਣ ਵੇਖੋ, ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਤ ਵੀ ਮਰਵਾਏ ਨੇ, ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਵੀ ਕਰਵਾਇਆ। ਉੱਥੇ ਆਪ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਦੁੱਖ ਸਹੇ ਨੇ, ਪਰ ਉਹ ਕਿਹਨਾਂ ਦੀ ਲਈ? ਦੂਜਿਆਂ ਦੇ ਲਈ, ਸਾਡੇ ਲਈ। ਜੇ ਸ਼ਾਇਦ ਗੁਰੂ ਸਾਹਿਬ ਜੀ ਆਪ ਇੰਨੇ ਦੁੱਖ ਨਾ ਝੱਲਦੇ, ਉਹਨਾਂ ਦੇ ਬੱਚੇ ਸ਼ਹੀਦ ਨਾ ਹੁੰਦੇ, ਤੇ ਸ਼ਾਇਦ ਅੱਜ ਆਪਾਂ ਹੁੰਦੇ ਹੀ ਨਾ, ਖਤਮ ਹੀ ਹੋ ਜਾਂਦੇ। ਉਹ ਗੁਰੂ ਸਾਹਿਬ ਦੀ ਹੀ ਕਿਰਪਾ ਹੈ, ਰਹਿਮਤ ਹੈ ਕਿ ਆਪ ਦੁੱਖਾਂ ਵਿੱਚੋਂ ਲੰਘ ਕੇ, ਆਪ ਪ੍ਰੋਬਲਮਾਂ ਵਿੱਚੋਂ ਲੰਘ ਕੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਣਾ ਸਿਖਾਇਆ। ਧਰਮ ਹੁੰਦਾ ਕੀ ਹੈ? ਦੂਜੇ ਲਈ ਜੀਣਾ ਸਿਖਾਉਂਦਾ ਹੈ ਧਰਮ। ਜਿਹੜੇ ਧਰਮੀ ਲੋਕ ਨਿੱਜ ਲਈ ਜਿਉਂਦੇ ਨੇ ਤੇ ਦੂਸਰੇ ਦਾ ਨੁਕਸਾਨ ਕਰਦੇ ਨੇ, ਉਹ ਵਿਖਾਵੇ ਮਾਤਰ ਜੀਵਨ ਜਿਉਂਦੇ। ਧਰਮੀ ਉਹੀ ਹੁੰਦਾ ਹੈ ਜਿਹੜਾ ਆਪਣਾ ਵੀ ਸੋਚੇ ਲੇਕਿਨ ਦੂਜਿਆਂ ਦਾ ਵੀ ਸੋਚੇ। ਲੇਕਿਨ ਸਮਾਜ ਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ, ਹਰ ਬੰਦਾ ਆਪਣਾ ਸੋਚਦਾ ਹੈ, ਆਪਣਾ ਘਰ ਭਰਦਾ ਹੈ, ਦੂਜਿਆਂ ਦਾ ਉਹ ਸੋਚਦਾ ਹੀ ਨਹੀਂ। ਜੇ ਉਹ ਕਿਸੇ ਦਾ ਨੁਕਸਾਨ ਹੁੰਦਾ ਤੇ ਹੋਈ ਜਾਵੇ, ਕੋਈ ਟੈਨਸ਼ਨ ਨਹੀਂ, ਪਰ ਉਹਨੂੰ ਇਹ ਹੁੰਦਾ ਵੀ ਮੇਰਾ ਘਰ ਭਰਨਾ ਚਾਹੀਦਾ। ਇਸ ਲਈ ਸੰਸਾਰ 'ਚ ਗਰੀਬੀ ਹੈ, ਬਹੁਤ ਘੱਟ ਲੋਕਾਂ ਦੇ ਕੋਲ ਪੈਸਾ ਜਮ੍ਹਾਂ ਹੈ, ਮੌਜੂਦ ਹੈ, ਪਰ ਬਹੁਤ ਲੋਕ ਵਿਚਾਰੇ ਭੁੱਖੇ ਮਰ ਰਹੇ ਨੇ। ਬਹੁਤ ਲੋਕਾਂ ਦੇ ਬੱਚੇ ਜਿਹੜੇ ਨੇ ਉਹ ਨਹੀਂ ਪੜ੍ਹ ਰਹੇ ਨੇ, ਕਈ ਬਿਮਾਰੀਆਂ ਦੇ ਨਾਲ ਮਰੀ ਜਾ ਰਹੇ ਨੇ, ਦਵਾਈਆਂ ਜੋਗੇ ਪੈਸੇ ਨਹੀਂ, ਰੋਟੀ ਜੋਗੇ ਪੈਸੇ ਨਹੀਂ, ਲੀੜੇ ਕੱਪੜੇ ਜੋਗੇ ਪੈਸੇ ਨਹੀਂ। ਬਹੁਤ ਲੋਕਾਂ ਦੇ ਕੋਲ ਘਰ ਹੀ ਨਹੀਂ, ਹੋਮਲੈਸ ਨੇ। ਜਿਸ ਦਿਨ ਬੰਦੇ ਵਿੱਚ ਇਨਸਾਨੀਅਤ ਆ ਜਾਏਗੀ, ਉਸ ਦਿਨ ਇਹ ਚੀਜ਼ਾਂ ਖਤਮ ਹੋ ਜਾਣਗੀਆਂ। ਸੋ ਸਭ ਤੋਂ ਵੱਡੀ ਗੱਲ ਸਤਿਗੁਰੂ ਜੀ ਨੇ ਇਹੀ ਸਮਝਾਈ ਹੈ ਕਿ ਬੰਦੇ, ਜਦੋਂ ਤੂੰ ਰੱਬ ਦੇ ਰਸਤੇ ਉੱਤੇ ਤੁਰੇਂਗਾ, ਤੇਰੇ ਵਿੱਚੋਂ ਇਹ ਸਾਰੀ ਔਗਣ ਜਿਹੜੇ ਨੇ ਉਹ ਨਾਸ਼ ਹੋ ਜਾਣੇ ਨੇ। ਫਿਰ ਤੂੰ ਜਿੱਥੇ ਆਪਣਾ ਜੀਵਨ ਵਧੀਆ ਬਣਾਏਗਾ, ਉੱਥੇ ਤੂੰ ਦੂਜਿਆਂ ਲਈ ਵੀ ਚੰਗਾ ਕਰੇਂਗਾ। ਸਾਧ ਕੈ ਸੰਗ ਨਰਕ ਪਰ ਹਰੈ। ਸੋ ਇਦਾਂ ਦੇ ਜਿਹੜੇ ਨਰਕ ਨੇ, ਆਹ ਨਰਕ ਵਾਲਾ ਜੀਵਨ ਹੈ, ਪਾਪਾਂ ਵਾਲਾ, ਔਗਣਾਂ ਵਾਲਾ, ਬੁਰਾਈਆਂ ਵਾਲਾ। ਜਦੋਂ ਆਪਾਂ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦੇ ਹਾਂ, ਫਿਰ ਇਨਸਾਨ ਨਰਕਾਂ ਤੋਂ ਬਚ ਜਾਂਦਾ, ਭਾਵ ਬੁਰਾਈਆਂ ਤੋਂ ਬੰਦੇ ਦਾ ਬਚਾਅ ਹੋ ਜਾਂਦਾ ਹੈ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ। ਗੁਰੂ ਦੇ ਦੁਆਰਾ ਤੁਰਨ ਨਾਲ ਇਨਸਾਨ ਦਾ ਲੋਕ ਪਰਲੋਕ ਸਵਰ ਜਾਂਦਾ ਹੈ, ਭਾਵ ਕਿ ਇਨਸਾਨ ਦਾ ਆਹ ਜੀਵਨ ਵੀ ਸੁਖੀ ਹੋ ਜਾਂਦਾ ਹੈ ਬਾਹਰੀ ਤੌਰ ਤੇ ਜਿਹੜਾ ਅੰਤਰ ਆਤਮੇ ਜੀਵਨ ਹੈ ਉਹ ਵੀ ਸੁਖੀ ਹੋ ਜਾਂਦਾ ਹੈ। ਲੋਕ ਤੇ ਪਰਲੋਕ, ਇੱਕ ਉਹ ਜੀਵਨ ਜਿਹੜਾ ਆਪਾਂ ਦੇਖਦੇ ਹਾਂ ਤੇ ਦੂਸਰੇ ਲੋਕ ਵੀ ਦੇਖਦੇ ਨੇ ਵੀ ਇਹਨੇ ਕਿਹੜੇ ਰੰਗ ਦੀ ਪੱਗ ਬੰਨੀ, ਕਿਹੜੇ ਕੱਪੜੇ ਪਾਏ, ਕਿਹੜੀ ਗੱਡੀ ਰੱਖੀ, ਕਿੱਦਾਂ ਦਾ ਆਪਣਾ ਜੀਵਨ ਜਿਉਂਦਾ, ਇਹਦਾ ਲਾਈਫ ਸਟਾਈਲ ਕਿੱਦਾਂ ਦਾ। ਜਿਵੇਂ ਸਿਆਣੇ ਕਹਿੰਦੇ ਨੇ, ਦਸਤਾਰ, ਗੁਫਤਾਰ ਤੇ ਰਫਤਾਰ, ਇਹਨਾਂ ਤਿੰਨਾਂ ਗੱਲਾਂ ਤੋਂ ਇਨਸਾਨ ਦੀ ਪਹਿਚਾਣ ਹੁੰਦੀ। ਬੰਦੇ ਦੇ ਕੱਪੜੇ ਕਿੱਦਾਂ ਦੇ ਨੇ, ਪਹਿਰਾਵਾ, ਗੁਫਤਾਰ ਬੰਦੇ ਦੀ ਬੋਲਬਾਣੀ ਕਿੱਦਾਂ ਦੀ ਹੈ, ਤੇ ਜਿਹੜੀ ਰਫਤਾਰ ਬੰਦੇ ਦੀ ਚਾਲ ਚੱਲਣ ਕਿੱਦਾਂ ਦਾ। ਇਹ ਤਿੰਨਾਂ ਚੀਜ਼ਾਂ ਤੋਂ ਬੰਦੇ ਦੀ ਪਹਿਚਾਣ ਹੁੰਦੀ ਹੈ। ਇਹ ਤਾਂ ਬਾਹਰੀ ਤੌਰ ਤੇ ਹੈ ਜੀ, ਬੋਲਾਂਗੇ ਤੇ ਪਤਾ ਲੱਗੇਗਾ ਵੀ ਕਿੰਨਾ ਕੁ ਸਿਆਣਾ, ਕੱਪੜੇ ਚੱਜ ਸਵਾਦੇ ਪਾਵਾਂਗੇ ਪਤਾ ਲੱਗੇਗਾ। ਸੋ
ਇੱਕ ਅੰਦਰਲਾ ਜੀਵਨ ਹੈ ਜਿਹਦੇ ਬਾਰੇ ਕੱਲਾ ਸਾਨੂੰ ਪਤਾ ਹੁੰਦਾ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਵੀ ਪੜ੍ਹਦੇ ਹਾਂ, ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਸਿੱਖ ਦੀ ਸ਼ਖਸੀ ਰਹਿਣੀ ਤੇ ਪੰਥਕ ਰਹਿਣੀ। ਪੰਥਕ ਰਹਿਣੀ ਤਾਂ ਬਾਹਰੀ ਤੌਰ ਤੇ ਹੈ, ਸ਼ਖਸੀ ਸਾਡੀ ਆਪਣੀ। ਸਾਡੇ ਅੰਦਰ ਕੀ ਹੈ ਸਾਨੂੰ ਪਤਾ ਹੈ, ਦੂਸਰੇ ਨੂੰ ਨਹੀਂ। ਮੈਂ ਕਿੱਦਾਂ ਦਾ ਮੈਨੂੰ ਖੁਦ ਨੂੰ ਪਤਾ ਹੈ, ਤੁਸੀਂ ਕਿੱਦਾਂ ਦੇ ਹੋ ਇਹ ਤੁਹਾਨੂੰ ਪਤਾ ਹੋਏਗਾ। ਸੋ ਇੱਕ ਹੈ ਲੋਕ, ਜਿਹਦੇ ਬਾਰੇ ਸਾਰੇ ਜਾਣਦੇ ਨੇ। ਅਸੀਂ ਆਪਣਾ ਲੋਕ ਸਵਾਰਨ ਦੇ ਲਈ ਵਧੀਆ ਵਧੀਆ ਗੱਡੀਆਂ ਰੱਖਦੇ ਹਾਂ, ਨੌਕਰੀਆਂ ਕਰਦੇ ਹਾਂ, ਕੱਪੜੇ ਪਾਉਂਦੇ ਹਾਂ, ਲਾਈਫ ਸਟਾਈਲ ਗੁੱਡ ਰੱਖਦੇ ਹਾਂ ਤਾਂ ਕਿ ਸਾਡਾ ਲੋਕ ਵਧੀਆ ਵਧੀਆ ਬਣਿਆ ਰਵੇ, ਲੋਕ ਸਾਡੀ ਰਿਸਪੈਕਟ ਕਰਨ, ਵੀ ਚੰਗਾ ਜੀਵਨ ਜੀਉ ਰਹੇ। ਇੱਕ ਹੈ ਪਰਲੋਕ, ਜਿਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਵੀ ਸਾਡੇ ਅੰਦਰ ਕੀ ਹੈ। ਬਾਹਰੋਂ ਹਾਂਜੀ ਹਾਂਜੀ ਜੀ ਕਰਦੇ ਆ, ਪਰ ਅੰਦਰ ਭਾਵੇਂ ਆਪਾਂ ਨਫ਼ਰਤ ਪਾਲੀ ਹੋਵੇ, ਪਰ ਕਿਸੇ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹ ਚਮੜੀ ਦੇ ਅੰਦਰ ਵੀ ਇੱਕ ਦੁਨੀਆ ਹੈ। ਸੋ ਉਹਨੂੰ ਪਰਲੋਕ ਆਖਿਆ ਜਾਂਦਾ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਲੋਕ ਵੀ ਸਵਰ ਜਾਂਦਾ ਹੈ, ਪਰਲੋਕ ਵੀ, ਭਾਵ ਉਹ ਅੰਦਰੋਂ ਬਾਹਰੋਂ ਇੱਕ ਤਰ੍ਹਾਂ ਦਾ ਹੋ ਜਾਂਦਾ। ਇਹ ਨਹੀਂ ਵੀ ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ। ਇਦਾਂ ਦਾ ਦੋਗਲਾ ਇਨਸਾਨ ਨਹੀਂ ਹੁੰਦਾ ਉਹ। ਉਹਦੀ ਰਹਿਣੀ ਤੇ ਬਹਿਣੀ ਸਭ ਇੱਕ ਤਰ੍ਹਾਂ ਦੀ ਹੁੰਦੀ ਹੈ, ਅੰਦਰੋਂ ਬਾਹਰੋਂ ਇੱਕ ਹੋਣਾ। ਇਹ ਬਹੁਤ ਵੱਡੀ ਗੱਲ ਹੈ, ਪਰ ਐਸਾ ਵਿਰਲੇ ਵਾਂਝੇ ਹੁੰਦੇ ਨੇ। ਸਤਿਗੁਰੂ ਅੱਗੇ ਕਹਿੰਦੇ ਨੇ, ਸਾਧ ਸੰਗ ਬਿਸ਼ਰਤ ਹਰ ਮੇਲਾ। ਗੁਰੂ ਦੀ ਸੰਗਤ ਕਰਨ ਨਾਲ ਪਰਮਾਤਮਾ ਤੋਂ ਵਿਛੋੜਾ ਖਤਮ ਹੋ ਜਾਂਦਾ ਹੈ ਤੇ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਜੋ ਇੱਛਾ ਸੋਈ ਫਲ ਪਾਵੈ। ਅਸੀਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਜੋ ਜੋ ਇੱਛਾ ਕਰਦੇ ਹਾਂ ਉਹ ਫਲ ਪ੍ਰਾਪਤ ਹੁੰਦਾ ਹੈ। ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ ਸਾਨੂੰ ਪਤਾ ਲੱਗੇਗਾ ਕੀ ਮੰਗਣਾ ਚਾਹੀਦਾ ਤੇ ਕੀ ਨਹੀਂ। ਅਸੀਂ ਇਹ ਥੋੜੀ ਕਵਾਂਗੇ ਫਲਾਣੇ ਦਾ ਬੁਰਾ ਹੋ ਜੇ, ਉਹਦਾ ਬੇੜਾ ਗਰਕ ਹੋ ਜੇ। ਅਸੀਂ ਚੰਗਾ ਹੀ ਮੰਗਾਂਗੇ, ਕਿਸੇ ਦਾ ਭਲਾ ਹੀ ਮੰਗਾਂਗੇ। ਇਸ ਲਈ ਬਾਰਕ ਮੁਖ ਮੰਗੈ ਸੋ ਦੇਣਾ, ਇਹ ਵਾਅਦਾ ਵੀ ਹੈ। ਉਦੋਂ ਆਪਾਂ ਬੱਚੇ ਬਣ ਜਾਂਦੇ ਹਾਂ ਮਾਲਕ ਦੇ, ਤੇ ਜਦੋਂ ਮਾਲਕ ਦੇ ਬੱਚੇ ਬਣ ਜਾਂਦੇ ਹਾਂ ਫਿਰ ਅਸੀਂ ਗਲਤ ਚੀਜ਼ ਮੰਗਦੇ ਹੀ ਨਹੀਂ। ਨਾਮ ਮੰਗਦੇ ਹਾਂ, ਸੰਸਾਰ ਦਾ ਭਲਾ ਮੰਗਦੇ ਹਾਂ, ਕਿਸੇ ਲਈ ਚੰਗਾ ਮੰਗਦੇ ਹਾਂ, ਫਿਰ ਉਹ ਵਾਹਿਗੁਰੂ ਪ੍ਰਵਾਨ ਵੀ ਕਰ ਲੈਂਦਾ। ਸੋ ਮੰਗਾਂ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ। ਇਸ ਲਈ ਆਪਾਂ ਕਈ ਵਾਰ ਕਹਿੰਦੇ ਸਾਡੀ ਅਰਦਾਸ ਨਹੀਂ ਕਬੂਲ ਹੋਈ, ਹੋਵੇਗੀ ਪਰ ਅਰਦਾਸ ਕਰਨ ਦੀ ਜਾਚ ਨਹੀਂ ਸਾਨੂੰ। ਅਸੀਂ ਮੰਗਦੇ ਹੀ ਮਾੜੀਆਂ ਚੀਜ਼ਾਂ। ਪਰ ਜਦੋਂ ਗੁਰੂ ਦਾ ਸੰਗ ਕਰਦਾ ਸਿੱਖ ਤਾਂ ਉਹਦੀਆਂ ਮੰਗਾਂ ਸਾਫ਼ ਸੁਥਰੀਆਂ ਹੋ ਜਾਂਦੀਆਂ ਨੇ। ਇਸ ਲਈ ਉਹ ਜੋ ਮੰਗਦਾ ਹੈ ਉਹਨੂੰ ਮਿਲ ਜਾਂਦਾ ਹੈ। ਸਾਧ ਕੈ ਸੰਗ ਨਾ ਬਿਰਥਾ ਜਾਵੈ। ਗੁਰੂ ਦੀ ਸੰਗਤ ਕਰਨ ਵਾਲਾ ਇਨਸਾਨ ਜਿਹੜਾ ਬੇਮੁਰਾਦਾ ਨਹੀਂ ਮਰਦਾ, ਉਹਨੂੰ ਸਭ ਕੁਝ ਹੀ ਮਿਲ ਜਾਂਦਾ ਹੈ। ਕੰਪਲੀਟ ਹੋ ਕੇ ਸੰਸਾਰ ਚੋਂ ਜਾਂਦਾ ਹੈ ਉਹ। ਗੁਰੂ ਦੀ ਸੰਗਤ ਕਰਨ ਵਾਲਾ ਇਨਸਾਨ ਕੰਪਲੀਟ ਹੋ ਕੇ ਦੁਨੀਆ ਤੋਂ ਜਾਂਦਾ, ਅਧੂਰਾ ਨਹੀਂ ਮਰਦਾ ਉਹ। ਉਹਦੇ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਕਮੀ ਜਾਂ ਘਾਟ ਨਹੀਂ ਰਹਿੰਦੀ। ਵਾਹਿਗੁਰੂ ਉਹਦੀਆਂ ਸਾਰੀਆਂ ਕਮੀਆਂ ਸਾਰੀਆਂ ਘਾਟਾਂ ਪੂਰੀਆਂ ਕਰ ਦਿੰਦਾ, ਉਹਨੂੰ ਕੰਪਲੀਟ ਬਣਾ ਦਿੰਦਾ। ਪਾਰ ਬ੍ਰਹਮ ਸਾਧ ਰਿੱਧ ਬਸੈ। ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਪ੍ਰਮਾਤਮਾ, ਉਹ ਸਾਧ ਰਿੱਧ ਗੁਰੂ ਦੇ ਹਿਰਦੇ ਵਿੱਚ ਵਸਦਾ ਹੈ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਗੁਰੂ ਦੇ ਥਰੂ ਪ੍ਰਗਟ ਹੋ ਜਾਂਦਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਤੇ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਦੋਂ ਅਸੀਂ ਗੁਰੂ ਦੀ ਸੰਗਤ ਦੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ੋਭਾ, ਉਹਦੀ ਵਡਿਆਈ ਸੁਣਦੇ ਹਾਂ, ਫਿਰ ਕੀ ਹੁੰਦਾ, ਸਾਡਾ ਨਾ ਉਧਾਰ ਹੋ ਜਾਂਦਾ, ਅਸੀਂ ਵਿਕਾਰਾਂ ਤੋਂ ਬਚ ਜਾਂਦੇ ਹਾਂ। ਪਰ ਇਹ ਬਚਾਅ ਉਦੋਂ ਨਾ ਜਦੋਂ ਅਸੀਂ ਗੁਰੂ ਦੀ ਰਸਨਾ ਤੋਂ ਉਪਦੇਸ਼ ਸਰਵਣ ਕਰਾਂਗੇ ਤੇ ਸੱਚੇ ਮਾਰਗ ਉੱਤੇ ਤੁਰਾਂਗੇ। ਸੋ ਬਹੁਤ ਕੁਝ ਇਸ ਪੌੜੀ ਵਿੱਚ ਹੈ ਜਿਹੜਾ ਸਾਨੂੰ ਅਪਣਾਉਣਾ ਚਾਹੀਦਾ ਆਪਣੇ ਜੀਵਨ ਵਿੱਚ, ਤੇ ਗੁਰੂ ਦੇ ਦਿੱਤੇ ਰਾਹ ਉੱਤੇ ਤੁਰ ਕੇ, ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਾਨੂੰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।